कहानी मोदियां तंदा, आवाज़ सीमा गरेवाल, कहानीकार साधु पेनेंग। शुक्रवार मेरा काम तो छुट्टी वाला दिन हुंदा है ते मैं जरा सहज नाल उठदा हाँ। काफ़ी देर तक मंजे ते पिया कुछ ना कुछ बस पढ़दा रहिंदा। अज भी मैं सवेर दा पिछले हफ्ते दौरान आए कुछ पंजाबी दे मैगज़ीन फोल रहा सा। पहला मैं एक बारी सारे दा सारा मैगज़ीन एक सिरे तो लैके दूजे तक फोलदा, हर सफ़े ते एक उड़दी नज़र मारदा ते जे कोई पछाण वाला ना जां कोई चीज़ नवीं चीज़ दिलचस्प लगे तो मुड़ देखण लई मन च नोट कर लैंदा। सिमी काम ते जाण लगी मैनूं चाह भी फड़ा गई ते हमेशा वांग घर दे कुछ कम्मां दा चेता भी करा गई। जे जनाब दा मूड बनिया ना तां जे बेसमेंट दे कमरे दा पेंट करन वाला रहिंदा है, नाले उहदे लई कारपेट भी लिआउणा है। मंजे ते ना 12 वजे तक लत्तां पसार के पिया रही। हाँ मैं चाह पींदे ने एक मैगज़ीन विचों अपने एक दोस्त दी लिखी हुई कहानी पढ़ी। साडे पिंड लागो लागे सन ते असीं लागले शहर दे स्कूले 6वीं तो लैके 10वीं तक इक्को जमात विच पढ़े सां। इकट्ठे ने कॉलेज विच दाखला लिया। मैं 2 कुछ सालां बाद कनेडा आ गया ते वो MA करके साडे उसे कॉलेज दे विच पढ़ाउण लग पिया। कहानी साडे शहर वाले स्कूल दे दिनां बारे सी। असीं आस-पास दे 3-4 पिंडां दे मुंडे कुड़ियां गड्डी विच शहर पढ़न जांदे सां ते साडा शौक पढ़न दे नाल-नाल स्कूलों खिसक के फिल्मां देखणियां भी हुंदा सी। छोटे ਜਿਹੇ शहर 'ਚ ਇੱਕੋ सिनेमा सी ते सी भी ਉਹ ਬੱਸਾਂ ਦੇ ਅੱਡੇ ਲਾਗੇ। ਇਸ ਤਰ੍ਹਾਂ ਕਈ ਵਾਰ ਸਾਡੀ ਇਸ ਚੋਰੀ ਦਾ ਘਰਦਿਆਂ ਨੂੰ ਵੀ ਪਤਾ ਲੱਗ ਜਾਂਦਾ, ਪਰ ਹਟਦੇ ਅਸੀਂ ਫੇਰ ਵੀ ਨਾ। ਸਾਡੇ ਨਾਲ ਗੱਡੀ 'ਚ ਨਿੱਤ ਆਉਂਦੀਆਂ ਜਾਂਦੀਆਂ ਕੁੜੀਆਂ ਦਾ ਮੁਕਾਬਲਾ ਸੀ ਸਾਧਨਾ, ਵਿਜੰਤੀ ਮਾਲਾ ਤੇ ਮੀਨਾ ਕੁਮਾਰੀ ਨਾਲ ਕਰਦੇ। ਕਈ ਵਾਰ ਆਪਣੀ ਗੱਲ ਇੱਕ ਦੂਜੇ ਨੂੰ ਮਨਾਉਣ ਲਈ ਲੜਦੇ ਝਗੜਦੇ ਵੀ। ਅਸੀਂ ਉਸ ਸਮੇਂ ਦੇ ਦੂਰੋਂ ਦੂਰੋਂ ਮੁਹੱਬਤ ਕਰਨ ਵਾਲੇ ਭਾਰਤੀ ਹਜੂਮ ਵਿੱਚੋਂ ਸਾਂ। ਕੁੜੀਆਂ ਨਾਲ ਸਿੱਧੀ ਗੱਲ ਕੁੜੀਆਂ ਨਾਲ ਸਿੱਧੀ ਗੱਲ ਕਰਨ ਦੀ ਹਿੰਮਤ ਨਹੀਂ ਸੀ ਹੁੰਦੀ। ਸਾਡੇ ਨਾਲ ਗੱਡੀ ਵਿੱਚ ਆਉਣ ਜਾਣ ਵਾਲੀ ਇੱਕ ਕੁੜੀ ਸਾਨੂੰ ਦੋਵਾਂ ਨੂੰ ਖਾਸ ਤੌਰ 'ਤੇ ਬੜੀ ਸੋਹਣੀ ਲੱਗਦੀ ਹੈ। ਅਸੀਂ ਉਸਦਾ ਨਾਂ ਸਾਇਰਾ ਬਾਨੂ ਰੱਖਿਆ ਹੋਇਆ ਸੀ। ਸਾਡਾ ਸਕੂਲ ਗੱਡੀ ਦੇ ਸਟੇਸ਼ਨ ਤੋਂ ਲਹਿੰਦੇ ਪਾਸੇ ਸੀ ਤੇ ਕੁੜੀਆਂ ਦਾ ਸਕੂਲ ਦੂਜੇ ਪਾਸੇ ਸ਼ਹਿਰ ਦੇ ਐਨ ਵਿਚਕਾਰ ਕਰਕੇ ਸੀ। ਗੱਡੀਆਂ ਉਤਰ ਕੇ ਕਈ ਵਾਰ ਅਸੀਂ ਕੁੜੀਆਂ ਮਗਰ ਤੁਰੇ ਜਾਂਦੇ ਤੇ ਫਿਰ ਮੁੜ ਕੇ ਆਪਣੇ ਸਕੂਲ ਨੂੰ ਆਉਂਦੇ। ਉਹ ਕੁੜੀ ਵੀ ਆਪਣੀਆਂ ਸਹੇਲੀਆਂ ਨਾਲ ਤੁਰੀ ਜਾਂਦੀ ਤੇ ਕਦੇ-ਕਦੇ ਸਾਡੇ ਵੱਲ ਦੇਖ ਕੇ ਹੱਸ ਵੀ ਪੈਂਦੀ। ਸਾਡੇ ਇਸੇ ਤਰ੍ਹਾਂ ਦੇ ਇੱਕ ਪਾਸੇ ਇਸ਼ਕ ਦੀ ਉਦਾਸ ਦਾਸਤਾਨ ਸੀ ਮੇਰੇ ਦੋਸਤ ਦੀ ਕਹਾਣੀ ਵਿੱਚ। ਪੜ੍ਹ ਕੇ ਮੇਰੇ ਅੰਦਰ ਬੀਤੇ ਲਈ ਇੱਕ ਅਜੀਬ ਕਿਸਮ ਦੀ ਤੜਪ ਪੈਦਾ ਹੋ ਗਈ। ਅਜੀਬ ਕਿਸਮ ਦੀ ਤੜਪ। ਕਹਾਣੀ ਲੰਮੀ ਨਹੀਂ ਸੀ, ਛੇਤੀ ਪੜ੍ਹੀ ਗਈ, ਪਰ ਮੈਨੂੰ ਉਹ ਕਈ ਦਹਾਕੇ ਪਹਿਲਾਂ ਛੱਡੇ ਪਿੰਡਾਂ ਥਾਵਾਂ ਵੱਲ ਧੂ ਕੇ ਲੈ ਗਈ। ਮੈਨੂੰ ਘੋਰ ਉਦਾਸੀ ਮਹਿਸੂਸ ਹੋਈ, ਘੋਰ ਉਦਾਸੀ ਮਹਿਸੂਸ ਹੋਈ ਪੜ੍ਹ ਕੇ ਕਹਾਣੀ ਨੂੰ। ਘੋਰ ਉਦਾਸੀ ਕਈ ਦਹਾਕੇ ਪਹਿਲਾਂ ਲੈ ਗਈ ਮੈਨੂੰ ਕਹਾਣੀ। ਇਹੋ ਜਿਹੀ ਉਦਾਸੀ ਮੈਂ ਕਈ ਵਾਰਿਆਂ ਤੋਂ ਨਹੀਂ ਸੀ ਹਟਾਈ। ਮੈਂ ਆਪਣੇ ਆਲੇ ਦੁਆਲੇ ਨਿਗਾਹ ਮਾਰੀ ਤਾਂ ਲੱਗਾ ਜਿੱਦਾਂ ਮੈਂ ਕਿਸੇ ਉਜਾੜ ਬਿਆਬਾਨ ਵਿੱਚ ਇਕੱਲਾ ਬੈਠਾ ਹੋਵਾਂ।
ਕਿਸੇ ਪਾਸੇ ਵੀ ਕੋਈ ਜਾਣ ਪਛਾਣ ਵਾਲੀ ਚੀਜ਼ ਨਜ਼ਰ ਨਹੀਂ ਸੀ ਆ ਰਹੀ, ਕਿਸੇ ਪਾਸੇ ਵੀ। ਮੈਂ ਆਪਣੇ ਘਰ ਦੇ ਵੱਡੇ ਸਾਰੇ ਸ਼ੀਸ਼ੇ ਵਾਲੀ ਬਾਰੀ ਵਿੱਚੋਂ ਬਾਹਰ ਨਿਗਾਹ ਮਾਰੀ। ਸਾਡੇ ਘਰੋਂ ਦਿਸਦੇ ਖੂਬਸੂਰਤ ਪਹਾੜ ਤੇ ਦਰਿਆ ਮੈਨੂੰ ਨਜ਼ਰ ਤੱਕ ਨਾ ਆਏ। ਖਲਾ ਵਿੱਚ ਦੇਖਦਾ ਤੇ ਸਮੇਂ ਦੀ ਧੂੜ 'ਚ ਗੁਆਚਾ ਕੁਝ ਭਾਲਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਉੱਥੇ ਨਾ ਕੋਈ ਬਚਪਨ ਦਾ ਸਾਥੀ ਸੀ ਤੇ ਨਾ ਕੋਈ ਜਾਣ ਪਛਾਣ ਵਾਲੀ ਜਗ੍ਹਾ। ਮੈਂ ਪਿੰਡ ਦਾ ਬੋਰਡ ਪਾਲ ਰਿਹਾ ਸਾਂ, ਜਿਸ ਉੱਪਰ ਅਸੀਂ ਜੰਗ ਪਲੰਗਾ ਖੇਡਦੇ ਤੇ ਛੱਪੜ ਵਿੱਚ ਛਾਲਾਂ ਮਾਰਦੇ। ਮੈਂ ਉਹ ਪਿੱਪਲ ਲੱਭਦਾ ਸੀ ਜਿਸ ਦੁਆਲੇ ਪਿੰਡ ਦੀਆਂ ਖਤਰਾਣੀਆਂ ਆਪਣੇ ਸੁਹਾਗ ਦੀ ਰੱਖਿਆ ਵਾਸਤੇ ਸੂਤ ਦੇ ਧਾਗੇ ਲਪੇਟਿਆ ਕਰਦੀਆਂ। ਮੈਂ ਉੱਚੇ ਜਠੇਰੇ ਤੇ ਜਠੇਰਿਆਂ ਵਾਲੀ ਮਿੱਟੀ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਵਿੱਚ ਕੋਈ ਨਾ ਕੋਈ ਔਰਤ ਮੱਥਾ ਟੇਕਣ ਤੁਰੀ ਹੁੰਦੀ। ਮੈਨੂੰ ਨਾ ਕੋਈ ਟਾਹਲੀ, ਨਿੰਮ, ਡੇਕ, ਨਾ ਖੂਹ ਤੇ ਲੱਗੇ ਤੂਤ, ਨਾ ਜਾਮਣਾ, ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ, ਨਾ ਕੋਈ ਟਾਹਲੀ, ਨਾ ਕੋਈ ਨਿੰਮ, ਨਾ ਡੇਕ, ਨਾ ਖੂਹ ਤੇ ਲੱਗੇ ਤੂਤ, ਨਾ ਜਾਮਣਾ, ਕੁਝ ਵੀ ਤਾਂ ਨਹੀਂ ਸੀ ਨਜ਼ਰ ਆ ਰਿਹਾ ਮੈਨੂੰ। ਨਾ ਮੈਨੂੰ ਉੱਚੇ ਕੱਚੇ ਪੱਕੇ ਕੋਠੇ ਦਿਸੇ, ਨਾ ਕੋਠਿਆਂ ਤੇ ਸੁੱਕਣੀਆਂ ਪਈਆਂ ਛੱਲੀਆਂ, ਨਾ ਇੱਕ ਬਨੇਰੇ ਤੋਂ ਦੂਜੇ ਤੇ ਉੱਡ ਉੱਡ ਬੈਠਦੀਆਂ ਚਿੜੀਆਂ ਤੇ ਸ਼ਾਰਕਾਂ ਦਿਸੀਆਂ, ਨਾ ਗੁਆਂਢੀਆਂ ਦੀ ਛੱਤ ਤੇ ਸੁਸਤ ਬੈਠੇ ਘੁੱਗੀਆਂ ਤੇ ਕਬੂਤਰ, ਨਾ ਗਲੀ 'ਚ ਸਬਜ਼ੀਆਂ ਵੇਚਣ ਆਏ ਬਚਨ ਦੀ ਆਵਾਜ਼ ਸੀ, ਨਾ ਕਿਸੇ ਮੰਗਤੇ ਦੀਆਂ ਉੱਚੀ ਉੱਚੀ ਦਿੱਤੀਆਂ ਅਸੀਸਾਂ ਸੀ, ਨਾ ਕਿਸੇ ਮੰਗਤੇ ਦੀਆਂ ਉੱਚੀ ਉੱਚੀ ਦਿੱਤੀਆਂ ਅਸੀਸਾਂ। ਕੁਝ ਵੀ ਨਹੀਂ ਸੀ ਦਿਸ ਰਿਹਾ ਮੈਨੂੰ, ਕੁਝ ਵੀ ਤੇ ਨਹੀਂ। ਨਾ ਗਲੀ 'ਚ ਫਿਰਦੇ ਅਵਾਰਾ ਕੁੱਤੇ ਨੂੰ ਅੰਦਰ ਵੜਨੋਂ ਰੋਕਦੀ ਕਿਸੇ ਸਿਆਣੀ ਗੁਆਂਢਣ ਔਰਤ ਦੀ ਕੜਕਵੀਂ ਆਵਾਜ਼। ਆਪਣੀ ਤਾਕੇ ਵਿੱਚੋਂ ਇਹ ਸਭ ਕੁਝ ਭਾਲਦਾ ਮੈਂ ਘੋਰ ਉਦਾਸੀ ਦੀ ਕਿਸੇ ਡੂੰਘੀ ਖੱਡ ਵਿੱਚ ਡਿੱਗ ਪਿਆ ਸਾਂ। ਘੋਰ ਉਦਾਸੀ ਦੀ ਕਿਸੇ ਡੂੰਘੀ ਖੱਡ ਵਿੱਚ ਡਿੱਗ ਪਿਆ ਸਾਂ ਮੈਂ। बड़े बुझे जे मन नाल बाथरूम गया, बुश किया, हिलन तक ना जी ना करे, जिवें हत्थां पैरां विच ताकत ही ना रही होवे। जे सिमी घर होंदी ना तो उन्हें मेरा मूड देख के कई किस्म दे बोल कसने सन। उदासी दे आलम विच मैं छा फड़ लिया। वालों च कंघी फेरन लग्या शीशे च देखिया तो याद आया कि अज तो मैं वाल कटाने सन। वाल काफ़ी लंबे हो गए सन ते हुण तां सिमी भी 2-3 बार चेता करा चुकी सी। हुण उन्हें अगली बारी कहना सी होर नहीं सी कुछ करना ते घट्टो घट्ट झट इहनूं तां अग लवा लिआउंदा। ये भी हुण मैं तेरी थां ते जाके हजामत करावां। ते काला नूं पेंडूआं दी पार्टी है, याद है ना? उत्थे चंगा लगेगा इदां? हद है वैसे। वाल कटाउण तां हुण जाना ही पैना सी अज। मैं डूंगा सा लैके अपने आप नूं बाहर जाण लई तैयार कीता।
दरअसल मैं पिछले शुक्रवार भी ਗਿਆ ਸੀ ਵਾਲ ਕਟਾਉਣ, ਪਰ ਜਦ ਦੇਵ ਦੀ ਦੁਕਾਨ ਅੰਦਰ ਵੜਿਆ ਤਾਂ ਉੱਥੇ ਬੜਾ ਕੁਝ ਬਦਲਿਆ ਨਜ਼ਰ ਆਇਆ। ਮੈਂ ਸਾਲ ਵਿੱਚ 3-4 ਵਾਰ ਹਜ਼ਾਮਤ ਕਰਾਉਂਦਾ, ਪਰ ਜਾਂਦਾ ਹਮੇਸ਼ਾ ਆਪਣੇ ਵਾਕਿਫ ਦੇਵ ਦੀ ਦੁਕਾਨ 'ਤੇ ਹੀ ਹਾਂ। ਉਹਦਾ ਭਰਾ ਸਾਡੇ ਪਿੰਡ ਵਿਆਹਿਆ ਹੋਇਆ ਨਾ। ਦੇਵ ਮੇਰੇ ਨਾਲੋਂ 4-5 ਸਾਲ ਛੋਟਾ ਹੈ। ਉਹਦਾ ਹੌਲੀ ਹੌਲੀ ਗੱਲਾਂ ਕਰਨਾ ਤੇ ਕਦੇ ਵੀ ਕਾਹਲ ਨਾ ਦਿਖਾਉਣਾ ਮੈਨੂੰ ਬੜਾ ਚੰਗਾ ਲੱਗਦਾ ਹੈ। ਉਹ ਮੈਨੂੰ ਬੜੀਆਂ ਮਜ਼ੇਦਾਰ ਗੱਲਾਂ ਸੁਣਾਉਂਦਾ। ਇੱਥੇ ਰਹਿੰਦੇ ਸਾਡੇ ਪਿੰਡ ਦੇ ਸਾਰੇ ਲੋਕਾਂ ਨੂੰ ਦੇਵ ਵੀ ਜਾਣਦਾ ਸੀ ਤੇ ਪਿਛਲੀ ਵਾਰੀ ਉਹਨੇ ਸਾਡੇ ਪਿੰਡ ਦੀ ਇੱਕ ਔਰਤ ਦੀ ਕਹਾਣੀ ਦੱਸੀ। ਉਹ ਭਾਜੀ ਇੱਕ ਦਿਨ ਨਾ ਦੁਕਾਨ 'ਚ ਤੁਹਾਡੇ ਪਿੰਡ ਵਾਲੀ ਭਜਨ ਕੌਰ ਆਈ ਆਪਣੇ 9 ਸਾਲ ਦੇ ਪੋਤੇ ਦੇ ਵਾਲ ਕਟਾਉਣ। ਭਜਨ ਕੌਰ ਬਾਰੇ ਮੈਂ ਆਪਣੇ ਪੇਂਡੂਆਂ ਤੋਂ ਹੋਰ ਵੀ ਬੜੀਆਂ ਹਸਾਉਣੀਆਂ ਗੱਲਾਂ ਸੁਣੀਆਂ ਹੋਈਆਂ ਸਨ। ਮੇਰੀ ਦਿਲਚਸਪੀ ਕੁਦਰਤੀ ਵੱਧ ਗਈ। ਦੇਵ ਨੇ ਗੱਲ ਜਾਰੀ ਰੱਖੀ। ਉਹ ਭਾਜੀ ਉਹ ਭਜਨ ਕੌਰ ਆਉਂਦੀ ਨੇ ਆਪਣਾ ਵੱਡਾ ਸਾਰਾ ਪਰਸ ਕੁਰਸੀ ਤੇ ਠਾਹ ਕਰਕੇ ਮਾਰਿਆ ਤੇ ਲੱਗ ਪਈ ਚੀਚੀ ਮੈਨੂੰ ਹਦਾਇਤਾਂ ਦੇਣ। ਓਏ ਦੇਵ, ਉਹ ਮੇਰਾ ਵੀਰ ਬਣ ਕੇ ਮੁੰਡੇ ਦਾ ਸੋਹਣਾ ਜਿਹਾ ਸਿਰ ਮੰਨੀ। ਅਸੀਂ ਅਗਲੀ ਵੀਕੇ ਟੋਰਾਂਟੋ ਨੂੰ ਜਾਣਾ ਵਿਆਹ 'ਤੇ। ਮੈਂ ਤਾਂ ਉੱਦਾਂ ਕਹਿੰਦੀ ਸੀ ਵੀ ਮੁੰਡੇ ਦਾ ਸਿਰ ਹੀ ਨਾ ਮਨਾਈਏ, ਇਹਨੂੰ ਅੰਮ੍ਰਿਤ ਛਕਾ ਦਈਏ। ਭਾਜੀ ਫਿਰ ਕਹਿੰਦੀ ਇੰਡੀਆ ਤੋਂ ਬਹੁਤੇ ਸੋਹਣੇ ਬਾਬੇ ਆਏ ਆ ਵੱਡੇ ਗੁਰਦੁਆਰੇ, ਰੋਜ਼ ਤਕਾਲਾਂ ਨੂੰ ਬੜਾ ਸੋਹਣਾ ਕੀਰਤਨ ਕਰਦੇ ਆ, ਕਈਆਂ ਨੇ ਅੰਮ੍ਰਿਤ ਛਕਿਆ, ਪਰ ਇੱਥੇ ਕੋਈ ਮੰਨੇ ਵੀ ਵੀਰ ਕੋਈ ਨਹੀਂ ਮੰਨਦਾ ਇੱਥੇ। ਮੈਂ ਅੱਛਾ ਮਾਸੀ ਕਹਿ ਕੇ ਮੁੰਡੇ ਦੀ ਹਜਾਮਤ ਕਰਨ ਲੱਗ ਪਿਆ। ਉਹ ਸਾਰਾ ਸਮਾਂ ਮੇਰੇ ਬਰਾਬਰ ਖੜੀ ਰਹੀ ਤੇ ਆਰਡਰ ਦਿੰਦੀ ਰਹੀ ਵੀ ਐਂ ਨਾ ਤੇ ਐਂ ਕਰ ਤੇ ਐਂ ਨਾ ਤੇ ਐਂ ਕਰ। ਭਾਜੀ ਜਦੋਂ ਮੈਂ ਹਜਾਮਤ ਕਰਕੇ ਹਟਿਆ ਤੇ ਪਰਸ ਚੱਕ ਕੇ ਠੱਪ ਕਰਦੀ ਮੁੰਡੇ ਨੂੰ ਲੈ ਕੇ ਤੁਰ ਗਈ। ਦਰਵਾਜ਼ੇ ਕੋਲ ਜਾ ਕੇ ਮੁੰਡਾ ਕਹਿੰਦਾ, ਬੀਬੀ ਤੂੰ ਅੰਕਲ ਨੂੰ ਮਨੀ ਤਾਂ ਦਿੱਤਾ ਨਹੀਂ। ਆਪਣੇ ਪੋਤੇ ਨੂੰ ਝੰਜੋੜਾ ਜਿਹਾ ਮਾਰ ਕੇ ਕਹਿੰਦੀ, ਲਾ ਹੈ ਕੰਮ ਵਾਲਾ, ਦੇਵ ਤਾਂ ਸਾਡੇ ਘਰ ਦਾ ਹੀ ਬੰਦਾ ਹੈ, ਕੋਈ ਘਰਦਿਆਂ ਨੂੰ ਕਿਤੇ ਪੈਸੇ ਦਿੰਦਾ ਹੁੰਦਾ ਹੈਗਾ। ਭਾਜੀ ਮੈਂ ਭਲਾ ਕੀ ਕਹਿੰਦਾ, ਸਗੋਂ ਮੇਰਾ ਸਾਂਝੀ ਮੇਰੇ ਵੱਲ ਕਹਿ ਰਹੀਆਂ ਨਜ਼ਰਾਂ ਨਾਲ ਧੱਕੇ। ਮੈਂ ਹੁਣ ਕੀ ਕਹਿੰਦਾ ਦੱਸ। ਮੈਂ ਪਿਛਲੇ 10-12 ਸਾਲਾਂ ਤੋਂ ਦੇਵ ਦੀ ਦੁਕਾਨ ਤੋਂ ਬਿਨਾਂ ਕਿਤੇ ਹੋਰ ਗਿਆ ਹੀ ਨਹੀਂ ਸੀ। ਪਰ ਜਦੋਂ ਪਿਛਲੇ ਸ਼ੁੱਕਰਵਾਰ ਮੈਂ ਗਿਆ ਤੇ ਪਤਾ ਲੱਗਿਆ ਕਿ ਦੇਵ ਤਾਂ 2-3 ਮਹੀਨੇ ਲਈ ਪਿੰਡ ਨੂੰ ਚਲੇ ਗਿਆ ਸੀ। 2-3 ਮਹੀਨੇ ਲਈ ਪਿੰਡ ਨੂੰ। ਦੁਕਾਨ ਉਹਨੇ ਪੱਕੇ ਤੌਰ ਤੇ ਆਪਣੇ ਸਾਂਝੀ ਨੂੰ ਦੇ ਦਿੱਤੀ ਸੀ। ਉਹਦੇ ਸਾਂਝੀ ਨੇ ਦੁਕਾਨ ਦਾ ਹੁਲੀਆ ਹੀ ਬਦਲ ਦਿੱਤਾ ਸੀ। ਗਾਹਕਾਂ ਦੇ ਬੈਠਣ ਲਈ 2 ਨਵੀਆਂ ਕੁਰਸੀਆਂ ਸਨ, ਜਿੱਥੇ ਪਹਿਲਾਂ ਇੱਕ ਹੀ ਹੁੰਦੀ ਸੀ, ਤੇ ਕੰਮ ਕਰਨ ਵਾਲਾ ਪਤਲਾ ਬਿਮਾਰ ਜਿਹਾ ਦਿਸਦਾ ਆਦਮੀ ਵੀ ਨਵਾਂ ਸੀ। ਉਹ ਦੋਵੇਂ ਗਾਹਕਾਂ ਨਾਲ ਰੁੱਝੇ ਹੋਏ ਸਨ। 2 ਬੰਦੇ ਬੈਠੇ ਆਪਣੀ ਵਾਰੀ ਉਡੀਕਦੇ ਸੀ। ਮੈਂ 2 ਕੁ ਪਲ ਬੈਠਾ ਤੇ ਫਿਰ ਮੁੜ ਕੇ ਆਉਣ ਦਾ ਬਹਾਨਾ ਜਿਹਾ ਕੱਢ ਕੇ ਤੇ ਉੱਥੋਂ ਉੱਠ ਆਇਆ। ਸੋ ਅੱਜ ਮੈਨੂੰ ਕਿਸੇ ਹੋਰ ਦੁਕਾਨ ਦੀ ਭਾਲ ਕਰਨੀ ਪੈਣੀ ਸੀ। ਦੇਵ ਨੂੰ ਤਾਂ ਮੈਂ ਕਦੇ ਦੱਸਿਆ ਹੀ ਨਹੀਂ ਸੀ ਕਿ ਕਿੱਧਰੋਂ ਕਿੰਨੇ ਕੁ ਵਾਲ ਕੱਟਣੇ ਨੇ ਜਾਂ ਨਹੀਂ। ਮੈਂ ਜਾ ਕੇ ਉਹਦੀ ਕੁਰਸੀ 'ਤੇ ਬੈਠ ਜਾਂਦਾ। ਉਹ ਭਾਜੀ ਕਰਦਾ, ਨਾਲੇ ਮੈਨੂੰ ਗੱਲਾਂ ਸੁਣਾਉਂਦਾ ਰਹਿੰਦਾ, ਨਾਲੇ ਵਾਲ ਕੱਟ ਦਿੰਦਾ। ਮੈਂ ਉੱਠ ਕੇ ਉਹਨੂੰ ਪੈਸੇ ਦੇ ਕੇ ਆ ਜਾਂਦਾ। ਕਦੀ ਸਿਰ ਵੱਲ ਬਹੁਤਾ ਧਿਆਨ ਹੀ ਨਹੀਂ ਸੀ ਦਿੱਤਾ। ਪਤਾ ਹੁੰਦਾ ਸੀ ਕਿ ਸਭ ਠੀਕ ਹੀ ਹੋਣਾ। ਇੱਕ ਤਾਂ ਸਵੇਰੇ ਕਹਾਣੀ ਪੜ੍ਹਨ ਨਾਲ ਮੈਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਮੈਂ ਆਪਣੇ ਸਭ ਕੁਝ ਨਾਲੋਂ ਟੁੱਟ ਕੇ ਖਲਾਅ ਵਿੱਚ ਘੁੰਮਦੀ ਕੋਈ ਸ਼ੈ ਹੋਵਾਂ, ਜਿਸ ਨਾਲ ਕਿਸੇ ਵੀ ਆਸ-ਪਾਸ ਦੀ ਚੀਜ਼ ਦਾ
ਕੋਈ ਵਾਸਤਾ ਨਾ ਹੋਵੇ। ਤੇ ਹੁਣ ਦੇਵ ਦਾ ਉੱਥੇ ਨਾ ਹੋਣਾ ਮੇਰੀ ਇਸ ਉਦਾਸੀ ਵਿੱਚ ਰਲ ਗਿਆ। ਮਨ ਬੇਹੱਦ ਉਚਾਟ ਹੋ ਗਿਆ। ਮੇਰਾ ਜੀ ਕਰੇ ਕਿ ਮੈਂ ਹੁਣੇ ਜਹਾਜ਼ ਵਿੱਚ ਬੈਠਾਂ ਤੇ ਪਿੰਡ ਪਹੁੰਚ ਜਾਵਾਂ। ਚਿੱਤ ਕਰੇ ਕੋਈ ਪੁਰਾਣੀਆਂ ਗੱਲਾਂ ਕਰਨ ਵਾਲਾ ਮਿਲੇ, ਕੋਈ ਯਾਰ, ਕੋਈ ਦੋਸਤ ਪੁਰਾਣੀਆਂ ਗੱਲਾਂ ਕਰਨ ਵਾਲਾ ਮਿਲੇ। ਪਰ ਅੱਜ ਸ਼ੁੱਕਰਵਾਰ ਸਵੇਰੇ ਸਵੇਰੇ ਕੌਣ ਘਰ ਹੋਵੇਗਾ? ਤੇ ਜੇ ਕੋਈ ਹੋਇਆ ਵੀ ਤਾਂ ਕਿਹਦੇ ਕੋਲ ਸਮਾਂ ਹੈ ਕਿ ਵਿਹਲੀਆਂ ਗੱਪਾਂ ਮਾਰੇ। ਬਹੁਤ ਨਿੱਘਰੀ ਰੌਂ ਵਿੱਚ ਮੈਂ ਘਰੋਂ ਨਿਕਲਿਆ, ਗਰਾਜ ਵਿੱਚੋਂ ਕਾਰ ਕੱਢੀ ਤੇ ਪਹਿਲਾਂ ਬੈਂਕ ਜਾਣ ਬਾਰੇ ਸੋਚਿਆ। ਮੈਂ ਕਾਰ ਰੰਬਲ ਸਟਰੀਟ ਤੋਂ ਰਾਇਲ ਓਕ ਤੇ ਮੁੜੀ ਤਾਂ ਮੈਨੂੰ ਸਾਹਮਣੇ ਇਲੀਓਨਾਈ ਦੀ ਦੁਕਾਨ ਦਿਸੀ। ਅਚਾਨਕ ਮੈਨੂੰ ਕਈ ਕੁਝ ਪੁਰਾਣਾ ਚੇਤੇ ਆ ਗਿਆ। ਅਸੀਂ ਗੁਆਂਢ 'ਚ 17-18 ਸਾਲ ਰਹੇ ਸਾਂ ਤੇ 15 ਕੁ ਸਾਲ ਇੱਥੋਂ ਮੂਵ ਹੋਏ ਸਾਂ। 15 ਕੁ ਸਾਲ ਹੋ ਗਏ ਹੋਣੇ ਆ ਇੱਥੋਂ ਮੂਵ ਹੋਏ ਸਾਂ। ਤੇ ਇਹਨਾਂ ਦੁਕਾਨਾਂ ਤੋਂ ਅੱਧੇ ਕੁ ਬਲਾਕ ਤੇ ਸਾਡਾ ਘਰ ਹੁੰਦਾ ਸੀ। ਮੈਂ ਹਮੇਸ਼ਾ ਇਲੀਓ ਦੀ ਦੁਕਾਨ ਤੋਂ ਹਜ਼ਾਮਤ ਕਰਾਉਂਦਾ ਹੁੰਦਾ ਸਾਂ। ਤੇ ਉਸਨੇ ਵੀ ਦੁਕਾਨ ਉਸੇ ਸਾਲ ਖੋਲ੍ਹੀ ਸੀ ਜਿਸ ਸਾਲ ਅਸੀਂ ਉਸ ਘਰ ਵਿੱਚ ਮੂਵ ਹੋਏ ਸਾਂ। ਪਹਿਲਾਂ ਉਹਨੂੰ ਵੀ ਮੇਰੇ ਵਾਂਗ ਅੰਗਰੇਜ਼ੀ ਪੂਰੀ ਨਹੀਂ ਸੀ ਆਉਂਦੀ। ਹੌਲੀ ਹੌਲੀ ਸਾਡੀ ਜਾਣ ਪਛਾਣ ਕੈਨੇਡੀਅਨ ਦੋਸਤੀ ਵਰਗੀ ਹੋ ਗਈ। ਯਾਨੀ ਕਿ ਅਸੀਂ ਲੰਘਦੇ ਵੜਦੇ ਜ਼ਰੂਰ ਇੱਕ ਦੂਜੇ ਨੂੰ ਹੈਲੋ ਕਹਿੰਦੇ। ਸਾਡੇ ਅਤੇ ਹੋਰ ਗੁਆਂਢੀਆਂ ਦੇ ਨਿਆਣੇ ਇਹਨਾਂ ਦੁਕਾਨਾਂ ਦੇ ਆਲੇ ਦੁਆਲੇ ਆਪਣੇ ਨਿੱਕੇ ਨਿੱਕੇ ਸਾਈਕਲਾਂ 'ਤੇ ਜਾਂ ਰੋਲਰ ਸਕੇਟਾਂ 'ਤੇ ਚੜ੍ਹੇ ਖੇਡਦੇ। ਇਲੀਓ ਦੀ ਦੁਕਾਨ ਦੇ ਨਾਲ ਇੱਕ ਸਾਈਕਲ 'ਤੇ ਘਾਹ ਕੱਟਣ ਵਾਲੀਆਂ ਮਸ਼ੀਨਾਂ ਠੀਕ ਕਰਨ ਵਾਲੀ ਦੁਕਾਨ ਹੁੰਦੀ ਸੀ। ਉਸ ਦੁਕਾਨ ਦਾ ਮਾਲਕ ਸਕਾਟ ਕਾਫੀ ਸਿਆਣੀ ਉਮਰ ਦਾ ਬੜਾ ਸਾਊ ਬੰਦਾ ਸੀ। ਇਲੀਓ ਤੇ ਸਕਾਟ ਦੋਵੇਂ ਸਾਡੇ ਨਿਆਣਿਆਂ ਦਾ ਪੂਰਾ ਖਿਆਲ ਰੱਖਦੇ। ਸਾਨੂੰ ਕਦੇ ਕੋਈ ਫਿਕਰ ਹੀ ਨਹੀਂ ਸੀ ਹੋਇਆ। ਪੁਰਾਣੀਆਂ ਗੱਲਾਂ ਚੇਤੇ ਕਰਦਾ ਮੈਂ ਕਾਰ ਖੜੀ ਕਰਕੇ ਇਲੀਓ ਦੀ ਦੁਕਾਨ ਵਿੱਚ ਵੜ ਗਿਆ। ਉਹਦੀ ਦੁਕਾਨ ਵਿੱਚ ਕੋਈ ਖਾਸ ਫਰਕ ਨਹੀਂ ਸੀ ਪਿਆ। ਗੂੜੇ ਲਾਲ ਰੰਗ ਦੇ ਚਮੜੇ ਦੀਆਂ ਉਹੀ ਪਹਿਲਾਂ ਵਾਲੀਆਂ 2 ਉੱਚੀਆਂ ਕੁਰਸੀਆਂ, ਕੰਧ ਨਾਲ ਗਾਹਕਾਂ ਦੀ ਵਾਰੀ ਉਡੀਕਣ ਲਈ ਰੱਖੀਆਂ 4 ਕੁਰਸੀਆਂ ਤੇ ਵਿਚਾਲੇ ਇੱਕ ਛੋਟਾ ਜਿਹਾ ਮੇਜ਼। ਪਹਿਲਾਂ ਵਾਂਗ ਮੇਜ਼ ਉੱਪਰ ਕਈ ਮੈਗਜ਼ੀਨ ਪਏ ਸਨ। ਜਦੋਂ ਮੈਂ ਧਿਆਨ ਨਾਲ ਦੇਖਿਆ ਤੇ ਮੇਰਾ ਅੰਦਾਜ਼ਾ ਠੀਕ ਨਿਕਲਿਆ ਕਿ ਸਾਰੇ ਮੈਗਜ਼ੀਨ ਫੁੱਟਬਾਲ, ਜਿਹਨੂੰ ਕੈਨੇਡਾ ਤੇ ਅਮਰੀਕਾ ਦੇ ਵਿੱਚ ਸੌਕਰ ਕਹਿੰਦੇ ਨੇ ਨਾ, ਉਹਦੇ ਬਾਰੇ ਸਨ। ਇਲੀਓ ਨਾ ਫੁੱਟਬਾਲ ਦਾ ਬੜਾ ਸ਼ੌਕੀਨ ਸੀ। ਮੈਨੂੰ ਯਾਦ ਹੈ ਕਿ ਫੁੱਟਬਾਲ ਨੂੰ ਸੌਕਰ ਕਹਿਣ 'ਤੇ ਕਿੱਦਾਂ ਖਿੱਚਦਾ ਹੁੰਦਾ ਸੀ। ਦੁਕਾਨ ਦੀ ਪਿਛਲੀ ਕੰਧ ਸ਼ੀਸ਼ਿਆਂ ਵਿੱਚ ਜੜੀਆਂ ਤਸਵੀਰਾਂ ਨਾਲ ਭਰੀ ਹੁੰਦੀ ਪਈ ਸੀ। ਇਹ ਸਾਰੀਆਂ ਤਸਵੀਰਾਂ ਇਟਲੀ ਦੀਆਂ ਟੀਮਾਂ ਦੀਆਂ ਸਨ। ਇੱਕ ਤਸਵੀਰ ਜਿਹੜੀ ਬਾਕੀਆਂ ਦੇ ਐਨ ਵਿਚਾਲੇ ਟੰਗੀ ਹੋਈ ਸੀ, ਉਸ ਤਸਵੀਰ ਦੇ ਥੱਲੇ ਲਿਖਿਆ ਹੋਇਆ ਸੀ ਫॉर ਇਲੀਓ ਬਾਰਬਰ ਆਫ ਦ ਚੈਂਪੀਅਨਸ। ਇਹ ਕੋਈ ਵੈਂਕੂਵਰ ਦੇ ਛੋਟੇ ਮੁੰਡਿਆਂ ਦੀ ਫੁੱਟਬਾਲ ਦੀ ਟੀਮ ਸੀ ਜਿਸ ਨੂੰ ਇਲੀਓ ਸਪਾਂਸਰ ਕਰਦਾ ਹੁੰਦਾ ਸੀ। ਜਦੋਂ ਮੈਂ ਦੁਕਾਨ 'ਚ ਵੜਿਆ ਤਾਂ ਇਲੀਓ ਸ਼ੀਸ਼ੇ ਅੱਗੇ ਖੜਾ ਆਪਣੀ ਛੋਟੀ ਛੋਟੀ ਤਕਰੀਬਨ ਚਿੱਟੀ ਹੋਈ ਦਾੜੀ 'ਤੇ ਹੱਥ ਫੇਰ ਰਿਹਾ ਸੀ। ਉਹਦੇ ਸਿਰ ਦੇ ਵਾਲ ਅਜੇ ਕਾਲੇ ਸਨ ਤੇ ਸਰੀਰ ਉਹਦਾ ਬਿਲਕੁਲ ਪਹਿਲਾਂ ਵਾਂਗ ਪਤਲਾ ਪਰ ਸਿਹਤਮੰਦ ਦਿਸਦਾ ਸੀ। ਮੈਂ ਉਹਨੂੰ ਸਿਰ ਦੇ ਇਸ਼ਾਰੇ ਨਾਲ ਹੈਲੋ ਕਿਹਾ। ਬਿਨਾਂ ਬੋਲਿਆ ਮੈਨੂੰ ਕੁਰਸੀ 'ਤੇ ਬੈਠਣ ਦਾ ਇਸ਼ਾਰਾ ਕੀਤਾ ਉਸਨੇ ਤੇ ਮੇਰੇ ਅੰਦਰ ਵੜਨ ਤੋਂ ਲੈ ਕੇ ਲਗਾਤਾਰ ਮੇਰੇ ਚਿਹਰੇ ਵੱਲ ਦੇਖ ਰਿਹਾ ਸੀ। ਮੇਰਾ ਸਿਰ ਤਾਂ ਹੁਣ ਗੱਪਿਆਂ ਤਕਰੀਬਨ ਗੰਜਾ ਹੋ ਗਿਆ ਸੀ ਤੇ ਆਸੀ ਪਾਸੀ ਜਿਹੜੇ ਵਾਲ ਸਨ ਉਹ ਵੀ ਚਿੱਟੇ ਹੋ ਗਏ ਸੀ। 15-16 ਸਾਲਾਂ ਬਾਅਦ ਉਹ ਮੈਨੂੰ ਦੇਖ ਰਿਹਾ ਸੀ ਤੇ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ।
ਮੈਂ ਉਹਨੂੰ ਸਾਹਮਣੇ ਲੱਗੇ ਸ਼ੀਸ਼ੇ ਵਿੱਚ ਦੀ ਤਾੜ ਰਿਹਾ ਸੀ। ਉਹਨੇ ਹੌਲੀ ਹੌਲੀ ਝਾੜ ਕੇ ਨੀਲੇ ਰੰਗ ਦਾ ਕੱਪੜਾ ਮੇਰੇ ਮੋਢਿਆਂ 'ਤੇ ਰੱਖਿਆ ਤੇ ਫਿਰ ਚਿੱਟੇ ਪੇਪਰ ਦਾ ਟਿਸ਼ੂ ਮੇਰੀ ਧੌਣ ਦੇ ਪਿੱਛੇ ਕਮੀਜ਼ ਦੇ ਥੱਲੇ ਰੱਖਿਆ। ਉਹਨੇ ਪਾਸਾ ਮੋੜ ਕੇ ਮੇਜ਼ ਤੋਂ ਕੈਂਚੀ ਚੁੱਕੀ ਤੇ ਫਿਰ ਤੇਜ਼ੀ ਨਾਲ ਘੁੰਮ ਕੇ ਮੇਰੇ ਅੱਗੇ ਆ ਖੜਿਆ। You are ਉਹਨੇ ਮੈਨੂੰ ਪਛਾਣ ਲਿਆ ਸੀ ਤੇ ਮੇਰਾ ਨਾਂ ਚੇਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਂ ਮੈਂ ਉਹੀ ਪੀਟਰ। ਯੈਸ ਪੀਟਰ। ਪੀਟਰ। ਮੈਂ ਉਹਨੂੰ ਆਪਣਾ ਛੋਟਾ ਕੈਨੇਡੀਅਨ ਨਾਂ ਦੱਸਿਆ ਜਿਸ ਤੋਂ ਉਹ ਵਾਕਿਫ ਸੀ। ਉਹਨੇ ਖੁਸ਼ੀ ਵਿੱਚ ਦੋਵੇਂ ਬਾਹਾਂ ਹਵਾ ਵਿੱਚ ਲਾ ਰਹੀਆਂ। My goodness, how the hell you are, Peter? Where in heaven's name have you been all these years, Peter? ਮੈਨੂੰ ਦੇਖ ਕੇ ਇਲੀਓ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਉਹਦੇ ਇਸ ਤਰ੍ਹਾਂ ਯਾਦ ਕਰਨ ਨਾਲ ਮੈਨੂੰ ਵੀ ਬੜਾ ਚੰਗਾ ਲੱਗਿਆ। ਉਹਨੇ ਮੇਰੀ ਹਜ਼ਾਮਤ ਕਰਨ ਨੂੰ ਘੰਟੇ ਤੋਂ ਵੱਧ ਸਮਾਂ ਲਿਆ। ਉਹ 2 ਕੈਂਚੀਆਂ ਮਾਰ ਕੇ ਖੜ ਕੇ ਮੇਰੇ ਨਾਲ ਪੁਰਾਣੀਆਂ ਗੱਲਾਂ ਕਰਨ ਲੱਗ ਪੈਂਦਾ। ਉਹਨੇ ਆਪਣੇ ਟੱਬਰ ਬਾਰੇ ਦੱਸਿਆ ਕਿ ਉਹਦੇ 3 ਨਿਆਣਿਆਂ 'ਚੋਂ ਵੱਡਾ ਮੁੰਡਾ ਅਤੇ ਕੁੜੀ ਦੋਵੇਂ ਵਿਆਹੇ ਹੋਏ ਸਨ ਅਤੇ ਆਪੋ ਆਪਣੇ ਘਰ ਰਹਿੰਦੇ ਸਨ ਅਤੇ ਤੀਜਾ ਮੁੰਡਾ ਟੋਰਾਂਟੋ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਅਤੇ ਉਹਦਾ ਉੱਧਰ ਹੀ ਸੈਟਲ ਹੋਣ ਦਾ ਇਰਾਦਾ ਸੀ। ਉਹਨੇ ਦੱਸਿਆ ਕਿ ਪਹਿਲਾਂ ਉਹ ਰਿਚਮੰਡ ਰਹਿੰਦੇ ਸੀ। ਜਦੋਂ ਨਿਆਣੇ ਘਰੋਂ ਰੁਖਸਤ ਹੋਏ ਤਾਂ ਉਹਨਾਂ ਨੇ ਸਰੀ ਦੇ ਵਿੱਚ ਇੱਕ ਛੋਟਾ ਜਿਹਾ ਘਰ ਲੈ ਲਿਆ। ਸਰੀ ਵਿੱਚ ਵੀ ਉਹਦਾ ਘਰ ਸਕਾਈ ਟ੍ਰੇਨ ਦੇ ਲਾਗੇ ਸੀ ਅਤੇ ਇੱਧਰ ਦੁਕਾਨ ਤੋਂ ਵੀ ਸਕਾਈ ਟ੍ਰੇਨ ਦਾ ਸਟੇਸ਼ਨ ਸਿਰਫ 3 ਬਲਾਕ 'ਤੇ ਸੀ। ਉਹ ਹੁਣ ਸਕਾਈ ਟ੍ਰੇਨ ਦੇ ਵਿੱਚ ਹੀ ਆਉਂਦਾ ਜਾਂਦਾ ਅਤੇ ਉਹਨਾਂ ਨੇ ਸਿਰਫ ਇੱਕ ਕਾਰ ਰੱਖੀ ਹੋਈ ਸੀ। ਪਿਛਲੇ 31 ਸਾਲਾਂ ਦੌਰਾਨ ਉਹਨੇ ਕਦੇ ਵੀ ਆਪਣੇ ਨਾਲ ਕੰਮ ਕਰਨੇ ਨੂੰ ਹੋਰ ਬੰਦਾ ਨਹੀਂ ਸੀ ਰੱਖਿਆ, ਕਦੇ ਵੀ। ਕਮਾਲ। ਬਸ ਇਸ ਦੁਕਾਨ ਨਾਲ ਨਿਆਣੇ ਪਾਲੇ ਨੇ ਅਤੇ ਹੁਣ ਤਾਂ ਕਹਿੰਦਾ ਕਿ ਅਸੀਂ ਸਿਰਫ 2 ਹੀ ਜੀ ਹਾਂ ਅਤੇ ਬੜਾ ਸੋਹਣਾ ਗੁਜ਼ਾਰਾ ਚੱਲੀ ਜਾਂਦਾ। ਉਹਦੀ ਸਹਿਜ ਨਾਲ ਆਖੀ ਇਸ ਗੱਲ ਨੇ ਮੇਰੇ ਉਸ ਨਾਲ ਪੁਰਾਣੀ ਨੇੜਤਾ ਨੂੰ ਜਿਵੇਂ ਇੱਕਦਮ ਤਾਜ਼ੀ ਕਰ ਦਿੱਤਾ। ਮੈਨੂੰ ਲੱਗਿਆ ਉਹ ਮੇਰਾ ਕੋਈ ਬਹੁਤ ਆਪਣਾ ਸੀ ਜੋ ਇੰਨੇ ਵਰੇ ਗੁਆਚਿਆ ਰਿਹਾ। ਫਿਰ ਅਸੀਂ ਉਸ ਗੁਆਂਢ ਦੀਆਂ ਗੱਲਾਂ ਕਰਨ ਲੱਗ ਪਏ। ਰੰਬਲ ਤੋਂ ਰਾਇਲ ਓਕ ਦੇ ਉਸ ਚਰਸਤੇ ਦੇ ਇੱਧਰਲੇ ਪਾਸੇ ਪਹਿਲਾਂ ਵੀ 4 ਕੁ ਦੁਕਾਨਾਂ ਹੀ ਹੁੰਦੀਆਂ ਸਨ ਅਤੇ ਈਲੀਓ ਦੀ ਦੁਕਾਨ ਦੇ ਸਾਹਮਣੇ ਜਿੱਥੇ ਪਹਿਲਾਂ ਇੱਕ ਡਰੱਗ ਸਟੋਰ ਹੁੰਦਾ ਸੀ ਨਾ, ਹੁਣ ਉੱਥੇ ਗੈਸ ਸਟੇਸ਼ਨ ਬਣ ਗਿਆ ਸੀ ਅਤੇ 3 ਕੁ ਛੋਟੀਆਂ ਨਵੀਆਂ ਦੁਕਾਨਾਂ। ਬਾਕੀ ਸਭ ਕੁਝ ਤਕਰੀਬਨ ਪਹਿਲਾਂ ਵਰਗਾ ਹੀ ਸੀ। ਦੁਕਾਨਾਂ ਦੀਆਂ ਗੱਲਾਂ ਛੱਡ ਕੇ ਅਸੀਂ ਫਿਰ ਆਪਣੇ ਟੱਬਰਾਂ ਦੀਆਂ ਗੱਲਾਂ ਕਰਨ ਲੱਗੇ। ਉਹਨੂੰ ਮੇਰੇ ਮੁੰਡੇ ਸਨੀ ਦਾ ਨਾਂ ਨਹੀਂ ਸੀ ਚੇਤੇ, ਪਰ ਉਂਝ ਉਹਦੇ ਬਾਰੇ ਸਭ ਕੁਝ ਚੇਤੇ ਸੀ। ਸਨੀ ਇੱਕ ਵਾਰ ਈਲੀਓ ਦੀ ਦੁਕਾਨ ਦੇ ਅੱਗੇ ਉਹਦੀ ਦੁਕਾਨ ਦੇ ਅੱਗੇ ਆਪਣੇ ਸਾਈਕਲ ਤੋਂ ਡਿੱਗ ਪਿਆ ਸੀ ਅਤੇ ਉਹਦਾ ਗੋਡਾ ਸੀਮੈਂਟ ਦੇ ਸਾਈਡਵਾਕ ਦੇ ਨਾਲ ਛਿੱਲ ਹੋ ਗਿਆ ਸੀ। ਈਲੀਓ ਨੇ ਉਹਨੂੰ ਚੁੱਕਿਆ ਅਤੇ ਫਿਰ ਸਨੀ ਨੂੰ ਅਤੇ ਉਹਨੂੰ ਉਹਦੇ ਸਾਈਕਲ ਦੇ ਸਮੇਤ ਸਾਡੇ ਘਰ ਛੱਡ ਕੇ ਗਿਆ। ਸਨੀ ਨਾਲ ਖੇਡਣ ਵਾਲੇ ਹੋਰ ਵੀ ਕਈ ਗੁਆਂਢ ਦੇ ਨਿਆਣਿਆਂ ਦਾ ਈਲੀਓ ਨੂੰ ਚੇਤਾ ਸੀ। ਉਹਨੇ ਮੈਨੂੰ ਦੱਸਿਆ ਕਿ ਸਨੀ ਦਾ ਇੱਕ ਕਹਾਣੀ ਮੋਰਗਨ ਕਾਲਜ ਜਾ ਕੇ ਚੰਗਾ ਘੋੜੂ ਬਣ ਗਿਆ ਅਤੇ ਉਹਨੇ ਆਪਣੇ ਭਾਰ ਵਿੱਚ BC ਦੀ ਚੈਂਪੀਅਨਸ਼ਿਪ ਜਿੱਤੀ ਸੀ। ਮੋਰਗਨ ਹੋਰੀ ਸਾਡੇ ਘਰ ਦੇ ਪਿਛਵਾੜੇ ਵਾਲੇ ਘਰ ਵਿੱਚ ਰਹਿੰਦੇ ਸਨ ਅਤੇ ਮੋਰਗਨ ਅਤੇ ਸਨੀ ਸਾਰਾ ਦਿਨ ਇਕੱਠੇ ਖੇਡਦੇ ਰਹਿੰਦੇ, ਸਾਰਾ ਦਿਨ। ਮੋਰਗਨ ਦੀਆਂ ਤਾਂ ਮੈਨੂੰ ਵੀ ਬੜੀਆਂ ਗੱਲਾਂ ਚੇਤੇ ਸੀ। ਜਦੋਂ ਉਹ 4-5 ਸਾਲ ਦੇ ਹੁੰਦੇ ਸੀ ਤਾਂ ਉਹਨੇ ਅਤੇ ਸਨੀ ਨੇ ਸਾਡੀ ਬੇਸਮੈਂਟ ਵਿੱਚ ਇੱਕ ਦੂਜੇ ਦੇ ਨਾਲ ਘੁਲਦੇ ਰਹਿਣਾ। ਅਸੀਂ ਉਹਨੂੰ ਪੰਜਾਬੀਆਂ ਵਾਂਗ ਪੱਟ 'ਤੇ ਥਾਪੀ ਮਾਰਨੀ ਸਿਖਾਈ ਹੋਈ ਸੀ ਅਤੇ ਉਹ ਥਾਪੀਆਂ ਮਾਰਦਾ ਬੜਾ ਸੋਹਣਾ ਲੱਗਦਾ। ਜਦੋਂ ਵੀ ਕਦੇ ਸਾਡੇ ਕਿਸੇ ਜਾਣ ਪਛਾਣ ਜਾਂ ਰਿਸ਼ਤੇਦਾਰ ਨੇ ਆਏ ਹੋਣਾ ਤਾਂ ਅਸੀਂ ਮੋਰਗਨ ਨੂੰ ਅਤੇ ਸਨੀ ਨੂੰ ਘੁਲਣ ਲਾ ਦੇਣਾ। ਨਰਮ ਗਲੀਚੇ 'ਤੇ ਕਦੇ ਸਨੀ ਥੱਲੇ ਅਤੇ ਕਦੇ ਮੋਰਗਨ। ਸਨੀ ਨੇ ਪੰਜਾਬੀ ਅੰਗਰੇਜ਼ੀ ਰਲਾ ਕੇ ਬੋਲੀ ਜਾਣੀ
ਤੇ ਉਹਨਾਂ ਦੋਵਾਂ ਨੇ ਸਾਡਾ ਸਾਰਿਆਂ ਦਾ ਹਸਾ ਹਸਾ ਕੇ ਢਿੱਡ ਪਕਾ ਦੇਣਾ। ਅਸੀਂ ਘਰ ਦੇ ਇੱਕ ਪਾਸੇ, ਹਾਂ ਸਾਡੇ ਘਰ ਦੇ ਜਿਹੜੇ ਇੱਧਰ ਇੱਕ ਪਾਸੇ ਇੱਕ ਇਟਾਲੀਅਨਾਂ ਦਾ ਘਰ ਸੀ ਤੇ ਦੂਜੇ ਪਾਸੇ ਚੀਨੀਆਂ ਦਾ। ਉਹਨਾਂ ਦੇ ਨਿਆਣੇ ਵੀ ਸਾਡੇ ਘਰ ਸਨੀ ਦੇ ਨਾਲ ਖੇਡਣ ਆਏ ਰਹਿੰਦੇ। ਹਜ਼ਾਮਤ ਕਰਾਉਣ ਬਾਅਦ ਜਦੋਂ ਮੈਂ ਆਪਣੀ ਜੈਕਟ ਪਾ ਕੇ ਬਟੂਏ 'ਚੋਂ ਕੱਢ ਕੇ ਈਲੀਆ ਨੂੰ ਪੈਸੇ ਫੜਾਏ ਤਾਂ ਪਲਕੂ ਲਈ ਮੈਂ ਉਹਦੇ ਹੱਥ ਰੁਕਦੇ ਵੇਖੇ। ਫਿਰ ਉਹਨੇ ਆਪਣੇ ਸਿਰ 'ਤੇ ਅੱਖਾਂ ਨੂੰ ਇੱਕ ਖਾਸ ਸ਼ੁਕਰਾਨੇ ਵਾਲੇ ਅੰਦਾਜ਼ ਵਿੱਚ ਹਿਲਾ ਕੇ ਪੈਸੇ ਫੜ ਲਏ। ਉਹਨੇ ਮੇਰੇ ਨਾਲ ਬੜੇ ਇਤਫਾਕ ਨਾਲ ਹੱਥ ਮਿਲਾਇਆ ਤੇ ਫਿਰ ਮੇਰਾ ਕਲਾਵਾ ਭਰ ਲਿਆ। ਉਹਦੇ ਕਲਾਵੇ ਵਿੱਚੋਂ ਨਿਕਲ ਕੇ ਜਦੋਂ ਮੈਂ ਬਾਹਰ ਆਇਆ ਤਾਂ ਮੈਨੂੰ ਇੰਝ ਲੱਗਾ ਜਿੱਦਾਂ ਬਾਹਰ ਨਵਾਂ ਦਿਨ ਚੜ੍ਹਿਆ ਹੁੰਦਾ। ਬਹੁਤ ਸੋਹਣਾ ਸੂਰਜ ਚਮਕ ਰਿਹਾ ਸੀ ਤੇ ਹਰ ਪਾਸੇ ਲੋਕਾਂ ਦੇ ਹੱਸਦੇ ਚਿਹਰੇ ਖੁਸ਼ ਨਜ਼ਰ ਆ ਰਹੇ ਸੀ। ਮੈਂ ਵਿਸਲ ਵਜਾਉਂਦਾ ਕਾਰ ਵਿੱਚ ਬੈਠਾ ਤੇ ਬੇਸਮੈਂਟ ਵਿੱਚ ਕਰਨ ਵਾਸਤੇ ਪੇਂਟ ਲੈਣ ਤੁਰ ਪਿਆ। ਹੁਣੇ ਤੁਸੀਂ ਕਹਾਣੀ ਸੁਣੀ ਮੋਹ ਦੀਆਂ ਤੰਦਾਂ, ਕਹਾਣੀਕਾਰ ਸਾਧੂ ਬਨਿੰਗ ਜੀ ਤੇ ਆਵਾਜ਼ ਤੁਹਾਡੀ ਨਾਚੀਜ਼ ਦੋਸਤ ਸੀਮਾ ਗਰੇਵਾਲ ਦੀ। ਔਰ ਤੁਹਾਡੀ ਵਾਕਫੀਅਤ ਲਈ, ਤੁਹਾਡੀ ਮਾਲੂਮਾਤ ਲਈ ਇਹ ਦੱਸਦੇ ਹਾਂ ਕਿ ਇਹ ਕਹਾਣੀ ਲਾਈਵ ਪੜ੍ਹੀ ਗਈ ਤੁਹਾਡੇ ਆਪਣੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ।